मैं गुरिंदर सिंह कलसी साइंस मास्टर सरकारी सीनियर सैकेंडरी स्कूल लुखेड़ी ਅਤੇ ਡੀਐਮ ਵਿਗਿਆਨ ਜ਼ਿਲ੍ਹਾ ਰੂਪਨਗਰ ਤੁਹਾਡੇ ਨਾਲ 9ਵੀਂ ਜਮਾਤ ਦੇ ਵਿਗਿਆਨ ਵਿਸ਼ੇ ਦੇ ਸਬੰਧ ਦੇ ਵਿੱਚ ਇੱਕ ਲੈਕਚਰ ਪੇਸ਼ ਕਰਨ ਜਾ ਰਿਹਾ ਹਾਂ। ਪਿਆਰੇ ਵਿਦਿਆਰਥੀਓ, ਸਾਡੇ ਸਮਾਜ ਦੇ ਬਦਲਦੇ ਹੋਏ ਰੁਝਾਨਾਂ ਨੂੰ ਦੇਖਦੇ ਹੋਇਆਂ ਵਿਭਾਗ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਵੇ, ਕਿਉਂਕਿ ਕਿਤਾਬੀ ਵਿੱਦਿਆ ਦੇ ਨਾਲ ਵਿਦਿਆਰਥੀ ਆਨਲਾਈਨ ਪੜ੍ਹ ਕੇ ਬਹੁਤ ਜ਼ਿਆਦਾ ਆਨੰਦ ਪ੍ਰਾਪਤ ਕਰਦੇ ਹਨ ਅਤੇ ਉਹ ਆਪਣੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਿਆਰੇ ਵਿਦਿਆਰਥੀਓ, ਵਿਗਿਆਨ ਵਿਸ਼ੇ ਅਧੀਨ ਅੱਜ ਜਿਹੜਾ ਵਿਸ਼ਾ ਅਸੀਂ ਪੜ੍ਹਨ ਜਾ ਰਹੇ ਹਾਂ ਉਹ ਹੈ ਬਲ ਅਤੇ ਗਤੀ ਦੇ ਨਿਯਮ। ਜਮਾਤ 9ਵੀਂ ਦਾ 9ਵਾਂ ਪਾਠ ਹੈ ਬਲ ਅਤੇ ਗਤੀ ਦੇ ਨਿਯਮ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਵਸਤੂਆਂ ਹਨ। ਉਹ ਸਾਰੀਆਂ ਵਸਤੂਆਂ ਜਾਂ ਤਾਂ ਖੜੀਆਂ ਹਨ ਜਾਂ ਚੱਲ ਰਹੀਆਂ ਹਨ। ਜਿਹੜੀਆਂ ਵਸਤੂਆਂ ਖੜੀਆਂ ਹਨ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਵਿਰਾਮ ਅਵਸਥਾ ਵਿੱਚ ਹਨ ਅਤੇ ਜਿਹੜੀਆਂ ਵਸਤੂਆਂ ਚੱਲ ਰਹੀਆਂ ਹਨ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਗਤੀ ਦੀ ਅਵਸਥਾ ਵਿੱਚ ਹਨ। ਪਿਆਰੇ ਵਿਦਿਆਰਥੀਓ, ਕਿਸੇ ਵੀ ਵਸਤੂ ਦੇ ਵਿਰਾਮ ਅਵਸਥਾ ਵਿੱਚ ਹੋਣ ਜਾਂ ਗਤੀ ਦੀ ਅਵਸਥਾ ਵਿੱਚ ਹੋਣ ਪਿੱਛੇ ਕੌਣ ਕੰਮ ਕਰਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਬਲ। ਬਲ ਕੀ ਕਰਦਾ ਹੈ? ਬਲ ਕਿਸੇ ਵਸਤੂ ਦੀ ਸਥਿਤੀ ਨੂੰ ਬਦਲ ਸਕਦਾ ਹੈ। ਜਿਸ ਤਰ੍ਹਾਂ ਜੇਕਰ ਕੋਈ ਵਸਤੂ ਵਿਰਾਮ ਦੀ ਅਵਸਥਾ ਵਿੱਚ ਹੈ ਤਾਂ ਉਸ ਨੂੰ ਗਤੀ ਦੀ ਅਵਸਥਾ ਵਿੱਚ ਬਦਲ ਸਕਦਾ ਹੈ ਅਤੇ ਜੇਕਰ ਕੋਈ ਵਸਤੂ ਗਤੀ ਦੀ ਅਵਸਥਾ ਵਿੱਚ ਹੈ ਤਾਂ ਉਸ ਨੂੰ ਵਿਰਾਮ ਦੀ ਅਵਸਥਾ ਵਿੱਚ ਲਿਆ ਸਕਦਾ ਹੈ। ਅਤੇ ਬਲ ਵਸਤੂ ਦੀ ਦਿਸ਼ਾ ਵੀ ਬਦਲ ਸਕਦਾ ਹੈ। ਮੰਨ ਲਓ ਕੋਈ ਵਸਤੂ, ਕੋਈ ਬਾਲ ਰੁੜੀ ਆ ਰਹੀ ਆ, ਉਸ ਨੂੰ ਅਸੀਂ ਥੋੜਾ ਜਿਹਾ ਟੱਚ ਕਰ ਦਿੰਦੇ ਹਾਂ ਤਾਂ ਉਸ ਦੀ ਦਿਸ਼ਾ ਬਦਲ ਜਾਂਦੀ ਹੈ ਅਤੇ ਇਸੇ ਤਰ੍ਹਾਂ ਵਸਤੂ ਦਾ ਸ਼ਕਲ ਬਦਲ ਜਾਂਦੀ ਆ ਜਾਂ ਵਸਤੂ ਦਾ ਆਕਾਰ ਬਦਲ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਕੋਈ ਬਾਲ ਲਈਏ, ਉਸ ਬਾਲ ਨੂੰ ਅਸੀਂ ਦਬਾ ਲਈਏ ਤਾਂ ਉਹ ਪਿਚਕ ਜਾਵੇਗੀ ਅਤੇ ਉਸ ਦਾ ਜੋ ਸ਼ਕਲ ਹੈ, ਉਸ ਦਾ ਜੋ ਆਕਾਰ ਹੈ ਉਹ ਬਦਲ ਜਾਵੇਗਾ। ਇਸ ਲਈ ਬਲ ਵਸਤੂਆਂ ਨੂੰ ਢੱਕ ਸਕਦਾ ਹੈ, ਵਸਤੂਆਂ ਨੂੰ ਖਿੱਚ ਸਕਦਾ ਹੈ। ਜਿਵੇਂ ਕਿ ਅਸੀਂ ਕਿਸੇ ਟੇਬਲ ਨੂੰ ਖਿੱਚ ਦਿੰਦੇ ਹਾਂ ਜਾਂ ਕਿਸੇ ਕੁਰਸੀ ਨੂੰ ਅਸੀਂ ਪਰਾਂ ਧੱਕ ਦਿੰਦੇ ਹਾਂ ਜਾਂ ਕੋਈ ਗਿਲਾਸ ਵਗੈਰਾ ਅਸੀਂ ਉਠਾ ਲੈਂਦੇ ਹਾਂ ਜਾਂ ਕਿਤਾਬ ਉਠਾਉਂਦੇ ਹਾਂ। ਇਹ ਸਾਰਾ ਕੁਝ ਬਲ ਦੇ ਅਧੀਨ ਹੀ ਹੁੰਦਾ ਹੈ। ਬਲ ਕਈ ਪ੍ਰਕਾਰ ਦਾ ਹੁੰਦਾ ਹੈ, ਜਿਸ ਦੇ ਬਾਰੇ ਤੁਸੀਂ ਪਿਛਲੇ ਜਮਾਤਾਂ ਦੇ ਵਿੱਚ ਵੱਖੋ ਵੱਖਰੇ ਤਰੀਕੇ ਨਾਲ ਪੜ੍ਹਿਆ ਵੀ ਹੋਏਗਾ। ਲੇਕਿਨ ਇੱਕ ਵਿਰਾਮ ਦੀ ਅਵਸਥਾ ਵਿੱਚ ਜੋ ਵਸਤੂ ਹੈ ਉਸ ਨੂੰ ਗਤੀ ਵਿੱਚ ਲਿਆਉਣ ਵਾਸਤੇ ਇੱਕ ਅਸੰਤੁਲਿਤ ਬਲ ਦੀ ਲੋੜ ਹੁੰਦੀ ਹੈ। ਹੁਣ ਤੁਸੀਂ ਪੁੱਛ ਸਕਦੇ ਕਿ ਇਹ ਅਸੰਤੁਲਿਤ ਬਲ ਕੀ ਹੋਇਆ? ਪਿਆਰੇ ਵਿਦਿਆਰਥੀਓ, ਅਸੀਂ ਇਸ ਚਿੱਤਰ ਦੇ ਵਿੱਚ ਦੇਖ ਸਕਦੇ ਹਾਂ ਕਿ ਇਹ ਇੱਕ ਵਸਤੂ ਹੈ, ਲੱਕੜ ਦਾ ਇੱਕ ਗੁਟਕਾ ਹੈ, ਜਿਸ ਦੇ ਉੱਤੇ ਇਸ ਪਾਸੇ ਨੂੰ F1 ਬਲ ਲੱਗ ਰਿਹਾ ਹੈ ਅਤੇ ਇਸ ਪਾਸੇ ਨੂੰ F2 ਬਲ ਲੱਗ ਰਿਹਾ ਹੈ। ਤੁਸੀਂ ਇੱਕ ਕਲਪਨਾ ਕਰੋ ਕਿ ਜੇਕਰ ਇਹ ਦੋਨੇ ਬਲ ਬਰਾਬਰ ਹੋਣ, ਕਿ ਜਿੰਨੇ ਬਲ ਦੇ ਨਾਲ F1 ਬਲ ਨੂੰ ਖਿੱਚਿਆ ਜਾ ਰਿਹਾ ਹੈ ਉਨੇ ਬਲ ਦੇ ਨਾਲ ਹੀ F2 ਬਲ ਨੂੰ ਖਿੱਚਿਆ ਜਾ ਰਿਹਾ ਹੈ, ਤਾਂ ਕੀ ਵਸਤੂ ਗਤੀ ਵਿੱਚ ਆਵੇਗੀ? ਬਿਲਕੁਲ ਵੀ ਨਹੀਂ, ਕਿਉਂਕਿ ਦੋਵੇਂ ਪਾਸੇ ਜੋ ਬਲ ਹੈ ਉਹ ਬਰਾਬਰ ਲੱਗ ਰਿਹਾ ਹੈ। ਇੱਕ ਹੋਰ ਤੁਸੀਂ ਪਿਆਰੇ ਵਿਦਿਆਰਥੀਓ, ਇੱਕ ਤੁਸੀਂ ਖੇਡ ਦੇਖੀ ਹੋਏਗੀ ਜਿਸ ਨੂੰ ਅਸੀਂ ਕਹਿੰਦੇ ਹਾਂ ਰੱਸਾਕਸ਼ੀ ਦੀ ਖੇਡ। ਰੱਸਾਕਸ਼ੀ ਦੀ ਖੇਡ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਬਹੁਤ ਵੱਡਾ ਰੱਸਾ ਹੁੰਦਾ ਹੈ, ਜਿਸ ਨੂੰ ਇੱਕ ਪਾਸੇ ਤੋਂ ਕੁਝ ਖਿਡਾਰੀ ਪਕੜਦੇ ਹਨ ਅਤੇ ਉਨੇ ਹੀ ਖਿਡਾਰੀ ਦੂਜੇ ਪਾਸੇ ਤੋਂ ਪਕੜਦੇ ਹਨ ਅਤੇ ਉਹ ਆਪੋ ਆਪਣੇ ਪਾਸੇ ਵੱਲ ਨੂੰ ਉਸ ਰੱਸੇ ਨੂੰ ਖਿੱਚਦੇ ਹਨ। ਰੱਸਾਕਸ਼ੀ ਦੀ ਖੇਡ ਦੇ ਵਿੱਚ ਕੌਣ ਜਿੱਤੇਗਾ? ਜਿਨ੍ਹਾਂ ਦੇ ਵਿੱਚ ਜ਼ੋਰ ਜ਼ਿਆਦਾ ਹੋਏਗਾ, ਜਿਨ੍ਹਾਂ ਦੇ ਵਿੱਚ ਬਲ ਜ਼ਿਆਦਾ ਹੋਏਗਾ, ਉਹ ਆਪਣੇ ਵਾਲੇ ਪਾਸੇ ਨੂੰ ਰੱਸਾ ਖਿੱਚ ਕੇ ਲੈ ਜਾਣਗੇ। ਤੇ ਲੇਕਿਨ ਜੇਕਰ ਦੋਨੇ ਪਾਸੇ ਦੇ ਖਿਡਾਰੀਆਂ ਦਾ ਬਲ ਬਰਾਬਰ ਹੋਵੇ ਤਾਂ ਰੱਸਾ ਸੈਂਟਰ ਵਿੱਚ ਹੀ ਰਹੇਗਾ, ਕਿਸੇ ਵੀ ਖਿਡਾਰੀਆਂ ਦੇ, ਕਿਸੇ ਵੀ ਟੀਮ ਦੇ ਵੱਲ ਨਹੀਂ ਜਾਵੇਗਾ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਖਿਡਾਰੀ ਫਿਰ ਉਹਨਾਂ ਦਾ ਮੈਚ ਬਰਾਬਰ ਰਹਿ ਜਾਵੇਗਾ। ਲੇਕਿਨ ਜੇਕਰ ਇੱਕ ਪਾਸੇ ਦੇ ਖਿਡਾਰੀ ਵੱਧ ਤਕੜੇ ਹੋਣ, ਜ਼ਿਆਦਾ ਜ਼ੋਰ ਵਾਲੇ ਹੋਣ, ਤਾਂ ਕੀ ਹੋਵੇਗਾ ਕਿ ਰੱਸਾ ਇੱਕ ਪਾਸੇ ਨੂੰ ਚਲਿਆ ਜਾਵੇਗਾ। ਜਿਸ ਤਰ੍ਹਾਂ ਇਸ ਫਿਗਰ ਦੇ ਵਿੱਚ ਅਸੀਂ ਦੇਖਦੇ ਹਾਂ
ਕਿ ਜੇਕਰ F1 ਵਾਲਾ ਪਾਸਾ ਬਲ ਜ਼ਿਆਦਾ ਹੋ ਜਾਵੇ ਅਤੇ F2 ਵਾਲਾ ਬਲ ਘੱਟ ਹੋਵੇ ਤਾਂ ਵਸਤੂ ਇਸ ਪਾਸੇ ਵੱਲ ਨੂੰ ਗਤੀ ਕਰੇਗੀ। ਅਤੇ ਦੂਜੇ ਪਾਸੇ ਮੰਨ ਲਓ ਕਿ F2 ਵਾਲਾ ਬਲ ਜ਼ਿਆਦਾ ਹੋ ਗਿਆ, F1 ਬਲ ਘੱਟ ਹੋ ਗਿਆ ਤਾਂ ਵਸਤੂ ਇਸ ਦਿਸ਼ਾ ਵੱਲ ਨੂੰ ਗਤੀ ਕਰੇਗੀ। ਸੋ ਜਦੋਂ ਵਸਤੂ ਗਤੀ ਨਹੀਂ ਕਰਦੀ ਤਾਂ ਉਸ ਦੇ ਉੱਤੇ ਇੱਕ ਸੰਤੁਲਿਤ ਬਲ ਲੱਗ ਰਿਹਾ ਹੁੰਦਾ ਹੈ। ਜਦੋਂ ਵਸਤੂ ਗਤੀ ਕਰਦੀ ਆ ਤਾਂ ਉਸ ਦੇ ਉੱਤੇ ਇੱਕ ਅਸੰਤੁਲਿਤ ਬਲ ਲੱਗ ਰਿਹਾ ਹੁੰਦਾ ਹੈ। ਤੇ ਜਿਵੇਂ ਅਸੀਂ ਰੱਸੇ ਵਾਲੀ ਉਦਾਹਰਣ ਦੇ ਵਿੱਚ ਵੀ ਦੇਖ ਲਿਆ ਹੈ, ਕੋਈ ਵੀ ਵਸਤੂ ਮੰਨ ਲਓ ਕੋਈ ਕਿਤੇ ਟੇਬਲ ਦੇ ਉੱਤੇ ਕੋਈ ਵਸਤੂ ਪਈ ਹੈ, ਮੰਨ ਲਓ ਗਿਲਾਸ ਪਿਆ ਹੈ, ਇਹ ਇਸ ਟਾਈਮ ਹਿੱਲ ਨਹੀਂ ਰਿਹਾ, ਗਤੀ ਨਹੀਂ ਕਰ ਰਿਹਾ, ਵਿਰਾਮ ਅਵਸਥਾ ਵਿੱਚ ਹੈ। ਇਸ ਦਾ ਅਰਥ ਇਹ ਹੈ ਕਿ ਇਸ ਦੇ ਉੱਤੇ ਜਿੰਨੇ ਵੀ ਬਲ ਲੱਗ ਰਹੇ ਆ ਉਹ ਸਾਰੇ ਸੰਤੁਲਿਤ ਬਲ ਲੱਗ ਰਹੇ ਆ। ਭਾਵੇਂ ਇਸ ਨੂੰ ਧਰਤੀ ਆਪਣੇ ਵੱਲ ਖਿੱਚ ਰਹੀ ਹੈ ਗੁਰੂਤਾ ਬਲ ਦੇ ਕਾਰਨ ਜਾਂ ਹੋਰ, ਤਾਂ ਇਸ ਦੇ ਉੱਤੇ ਸੰਤੁਲਿਤ ਬਲ ਲੱਗ ਰਹੇ ਹਨ। ਇਸ ਕਰਕੇ ਇਹ ਆਪਣੀ ਇਹ ਵਸਤੂ ਵਿਰਾਮ ਅਵਸਥਾ ਦੇ ਵਿੱਚ ਹੈ। ਪਿਆਰੇ ਵਿਦਿਆਰਥੀਓ, ਜਿਹੜਾ ਵਸਤੂਆਂ ਦਾ ਇਹ ਇੱਕ ਗੁਣ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਜੜਤਾ ਦਾ ਗੁਣ। ਜੜਤਾ ਕੀ ਹੈ? ਜੜਤਾ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਇਨਰਸ਼ੀਆ ਕਹਿੰਦੇ ਹਾਂ। ਇਨਰਸ਼ੀਆ, ਜੜਤਾ। ਇਸ ਗੁਣ ਦੇ ਅਧੀਨ ਜਿਹੜੀ ਵਸਤੂ ਹੈ ਉਹ ਆਪਣੀ ਸਥਿਤੀ ਨੂੰ ਬਦਲਣਾ ਨਹੀਂ ਚਾਹੁੰਦੀ। ਜੇਕਰ ਉਹ ਵਿਰਾਮ ਦੀ ਅਵਸਥਾ ਵਿੱਚ ਹੈ ਤਾਂ ਉਹ ਚਾਹੁੰਦੀ ਹੈ ਕਿ ਉਹ ਵਿਰਾਮ ਦੀ ਅਵਸਥਾ ਵਿੱਚ ਹੀ ਰਹੇ। ਜੇਕਰ ਉਹ ਗਤੀ ਕਰ ਰਹੀ ਹੈ ਤਾਂ ਉਹ ਇਹ ਚਾਹੁੰਦੀ ਹੈ ਕਿ ਉਹ ਗਤੀ ਦੀ ਅਵਸਥਾ ਵਿੱਚ ਹੀ ਰਹੇ। ਤਾਂ ਵਸਤੂਆਂ ਦੇ ਇਸ ਗੁਣ ਨੂੰ ਅਸੀਂ ਕਹਿੰਦੇ ਹਾਂ ਕਿ ਜੜਤਾ ਦਾ ਗੁਣ ਕਹਿੰਦੇ ਹਾਂ। ਤੇ ਜੜਤਾ ਦੀਆਂ ਬਹੁਤ ਸਾਰੀਆਂ ਸਾਡੇ ਕੋਲ ਉਦਾਹਰਨਾਂ ਹਨ। ਜਿਵੇਂ ਕਿ ਪਿਆਰੇ ਵਿਦਿਆਰਥੀਓ, ਅਸੀਂ ਕਈ ਵਾਰੀ ਬੱਸ ਵਿੱਚ ਬੈਠੇ ਹੁੰਦੇ ਹਾਂ, ਬੱਸ ਅਜੇ ਖੜੀ ਹੁੰਦੀ ਆ, ਬੱਸ ਚੱਲੀ ਨਹੀਂ ਹੁੰਦੀ, ਤੇ ਅਚਾਨਕ ਕੀ ਹੁੰਦਾ ਹੈ ਕਿ ਡਰਾਈਵਰ ਆਉਂਦਾ ਹੈ ਤੇ ਬੱਸ ਨੂੰ ਸਟਾਰਟ ਕਰਕੇ ਚਲਾ ਦਿੰਦਾ ਹੈ। ਬੱਸ ਇੱਕ ਝਟਕੇ ਨਾਲ ਚੱਲਦੀ ਹੈ। ਉਦੋਂ ਕੀ ਹੁੰਦਾ ਹੈ? ਅਸੀਂ ਸਾਰੇ ਜਣੇ ਪਿੱਛੇ ਨੂੰ ਡਿੱਗਦੇ ਹਾਂ। ਕਿਉਂ? ਕਿਉਂਕਿ ਸਾਡੇ ਜੋ ਪੈਰ ਹਨ ਉਹ ਬੱਸ ਦੇ ਫਰਸ਼ ਦੇ ਸੰਪਰਕ ਵਿੱਚ ਹਨ। ਬੱਸ ਦਾ ਜੋ ਫਰਸ਼ ਹੈ ਉਹ ਅਚਾਨਕ ਗਤੀ ਵਿੱਚ ਆ ਜਾਂਦਾ ਹੈ, ਲੇਕਿਨ ਉਸ ਦੇ ਨਾਲ ਸਾਡੇ ਪੈਰ ਵੀ ਜੁੜੇ ਹੋਏ ਹਨ। ਸਾਡੇ ਪੈਰ ਹਨ ਉਹ ਵੀ ਗਤੀ ਦੀ ਅਵਸਥਾ ਵਿੱਚ ਆ ਜਾਂਦੇ ਹਨ, ਪਰ ਜੋ ਸਾਡਾ ਸਰੀਰ ਦਾ ਉੱਪਰਲਾ ਹਿੱਸਾ ਹੈ ਉਹ ਗਤੀ ਵਿੱਚ ਅਜੇ ਨਹੀਂ ਆਉਂਦਾ। ਉਹ ਵਿਰਾਮ ਦੀ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸੇ ਕਰਕੇ ਅਸੀਂ ਸਾਰੇ ਪਿੱਛੇ ਸੀਟ ਦੀ ਢੋਅ ਵੱਲ ਨੂੰ ਡਿੱਗ ਪੈਂਦੇ ਹਾਂ। ਅਤੇ ਇਸੇ ਤਰ੍ਹਾਂ ਦਾ ਵਰਤਾਰਾ ਸਾਨੂੰ ਇੱਕ ਹੋਰ ਵੀ ਦੇਖਣ ਨੂੰ ਮਿਲਦਾ ਹੈ ਜਦੋਂ ਅਸੀਂ ਬੱਸ ਦੇ ਵਿੱਚ ਚੱਲ ਰਹੀ ਬੱਸ ਦੇ ਵਿੱਚ ਖੜੇ ਹੁੰਦੇ ਹਾਂ। ਜਦੋਂ ਅਸੀਂ ਚੱਲ ਰਹੀ ਬੱਸ ਦੇ ਵਿੱਚ ਖੜੇ ਹੁੰਦੇ ਹਾਂ ਤਾਂ ਕੀ ਹੁੰਦਾ ਹੈ ਕਿ ਅਚਾਨਕ ਡਰਾਈਵਰ ਨੇ ਅਗਰ ਬ੍ਰੇਕ ਲਗਾ ਦਿੱਤੀ ਤਾਂ ਕੀ ਹੋਵੇਗਾ? ਗਤੀ ਵਿਚਲੀ ਬੱਸ, ਚੱਲ ਰਹੀ ਬੱਸ ਅਚਾਨਕ ਵਿਰਾਮ ਅਵਸਥਾ ਵਿੱਚ ਆ ਜਾਂਦੀ ਆ। ਸਾਡੇ ਪੈਰ ਬੱਸ ਦੇ ਫਰਸ਼ ਨਾਲ ਜੁੜੇ ਹੋਏ ਹੁੰਦੇ ਆ, ਇਸ ਕਰਕੇ ਪੈਰ ਵੀ ਵਿਰਾਮ ਅਵਸਥਾ ਵਿੱਚ ਆ ਜਾਂਦੇ ਆ, ਪਰ ਸਾਡਾ ਸਰੀਰ ਦਾ ਉੱਪਰਲਾ ਹਿੱਸਾ ਜੋ ਕਿ ਅਜੇ ਵੀ ਗਤੀ ਕਰ ਰਿਹਾ ਹੁੰਦਾ ਉਹ ਗਤੀ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦਾ ਤੇ ਅਸੀਂ ਇਸੇ ਕਰਕੇ ਅੱਗੇ ਵੱਲ ਨੂੰ ਡਿੱਗ ਪੈਂਦੇ ਹਾਂ ਤੇ ਸਾਨੂੰ ਝਟਕਾ ਲੱਗਦਾ, ਅਸੀਂ ਅੱਗੇ ਵੱਲ ਨੂੰ ਡਿੱਗ ਪੈਂਦੇ ਹਾਂ। ਬਹੁਤ ਸਾਰੀਆਂ ਉਦਾਹਰਨਾਂ ਜੜਤਾ ਦੀਆਂ ਹੋਰ ਵੀ ਹਨ। ਜਿਸ ਤਰ੍ਹਾਂ ਪਿਆਰੇ ਵਿਦਿਆਰਥੀਓ, ਤੁਸੀਂ ਦੇਖਿਆ ਹੋਣਾ ਬਚਪਨ ਦੇ ਵਿੱਚ ਤੁਸੀਂ ਆਪਣਾ ਦਰਖਤਾਂ ਤੋਂ ਕਈ ਵਾਰੀ ਕੋਈ ਫਲ ਝਾੜੇ ਹੋਣਗੇ। ਜਿਸ ਤਰ੍ਹਾਂ ਤੁਸੀਂ ਬੇਰ, ਜਾਮਣਾ, ਅੰਬ ਵਗੈਰਾ, ਉਹਨਾਂ ਨੂੰ ਝਾੜਨੇ ਵਾਸਤੇ ਤੁਸੀਂ ਕੀ ਕਰਦੇ ਸੀ? ਤੁਹਾਡੇ ਯਾਦ ਆਇਆ ਕੁਝ? ਤਾਂ ਅਸੀਂ ਯਾਦ ਕਰ ਸਕਦੇ ਹਾਂ ਕਿ ਅਸੀਂ ਕੀ ਕਰਦੇ ਸੀ, ਉਸ ਦੀ ਟਾਹਣੀ ਨੂੰ ਅਸੀਂ ਪਕੜ ਕੇ ਇੱਕਦਮ ਹਲੂਣਾ ਦਿੰਦੇ ਸੀਗੇ। ਜਦੋਂ ਅਸੀਂ ਟਾਹਣੀ ਨੂੰ ਹਲੂਣਾ ਦਿੰਦੇ ਹਾਂ ਤਾਂ ਕੀ ਹੁੰਦਾ? ਟਾਹਣੀ ਅਚਾਨਕ ਹੀ ਗਤੀ ਵਿੱਚ ਆ ਜਾਂਦੀ ਆ। ਜਦੋਂ ਟਾਹਣੀ ਅਚਾਨਕ ਗਤੀ ਵਿੱਚ ਆ ਗਈ ਤਾਂ ਜਿਹੜੇ ਉਹਦੇ ਉੱਪਰ ਫਲ ਲੱਗੇ ਹੋਏ ਆ, ਜਿਵੇਂ ਬੇਰ, ਜਾਮਣਾ, ਅੰਬ ਵਗੈਰਾ ਲੱਗੇ ਹੋਏ ਆ, ਉਹ ਝੜ ਜਾਂਦੇ ਆ। ਉਹ ਕਿਉਂ ਝੜ ਜਾਂਦੇ ਆ? ਕਿਉਂਕਿ ਉਹ ਵਿਰਾਮ ਦੀ ਅਵਸਥਾ ਦੇ ਵਿੱਚ ਹੀ ਰਹਿਣਾ ਚਾਹੁੰਦੇ ਆ। ਟਾਹਣੀ ਗਤੀ ਵਿੱਚ ਆ ਗਈ, ਲੇਕਿਨ ਜਿਹੜੇ ਫਲ ਹੈਗੇ ਆ ਉਹ ਵਿਰਾਮ ਅਵਸਥਾ ਵਿੱਚ ਰਹਿਣਾ ਚਾਹੁੰਦੇ ਆ, ਇਸ ਕਰਕੇ ਉਹ ਟਾਹਣੀ ਨਾਲ ਟੁੱਟ ਕੇ ਹੇਠਾਂ ਡਿੱਗ ਪੈਂਦੇ ਆ। ਤੇ ਅਸੀਂ ਬਹੁਤ ਸਾਰੀਆਂ ਸਾਡੇ ਜੀਵਨ ਦੇ ਵਿੱਚ ਇਹ ਕੰਮ ਆਉਣ ਵਾਲੀਆਂ ਗੱਲਾਂ ਹੋਰ ਵੀ ਹਨ, ਜਿਵੇਂ ਕਿ ਅਸੀਂ ਇੱਕ ਕਿਰਿਆ ਕਰਦੇ ਹਾਂ। ਅਸੀਂ ਇੱਕ ਸਾਡੇ ਕੋਲ ਟਾਵਲ ਹੈ, ਇਹ ਹੁਣੇ ਅਸੀਂ ਬਾਹਰੋਂ ਲਿਆਂਦਾ ਹੈ। ਬਾਹਰ ਹਨੇਰੀ ਚੱਲ ਰਹੀ ਸੀ, ਇਸ ਦੇ ਵਿੱਚ ਬਹੁਤ ਸਾਰੇ ਧੂੜ ਦੇ ਕਣ ਇਸ ਦੇ ਵਿੱਚ ਸਮਾਏ ਹੋਏ ਆ, ਬਹੁਤ ਗੰਦਾ ਤੌਲੀਆ ਹੋ ਚੁੱਕਿਆ ਹੈ। ਅਸੀਂ ਇਸ ਦੇ ਧੂੜ ਦੇ ਕਣਾਂ ਨੂੰ ਕੱਢਣੇ ਵਾਸਤੇ ਕੀ ਕਰਾਂਗੇ? ਜਿਵੇਂ ਕਿ ਤੁਹਾਡੇ ਵੀ ਯਾਦ ਆ ਰਿਹਾ ਹੋਵੇਗਾ ਕਿ ਅਸੀਂ ਇਸ ਨੂੰ ਕਿਸੇ ਸਟਿੱਕ ਦੇ ਨਾਲ ਜਾਂ ਡੰਡੇ ਦੇ ਨਾਲ
ਕੁੱਟਾਂਗੇ ਇਸ ਨੂੰ। ਇਸ ਦੇ ਉੱਤੇ 5-6 ਵਾਰੀ ਅਸੀਂ ਇਹ ਡੰਡਾ ਮਾਰਾਂਗੇ ਤਾਂ ਕੀ ਹੋਏਗਾ, ਅਚਾਨਕ ਡੰਡੇ ਨਾਲ ਕੁੱਟਣ ਤੋਂ ਕੀ ਹੋਇਆ ਕਿ ਜੋ ਕੱਪੜਾ ਹੈ ਉਹ ਗਤੀ ਵਿੱਚ ਆ ਜਾਂਦਾ ਹੈ। ਕੱਪੜਾ ਗਤੀ ਵਿੱਚ ਆ ਜਾਂਦਾ ਹੈ। ਜਿਹੜੇ ਧੂੜ ਦੇ ਕਣ ਹਨ ਉਹ ਵਿਰਾਮ ਦੀ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦੇ ਹਨ ਜਿੱਥੇ ਉਹ ਖੜੇ ਸਨ। ਇਸ ਕਰਕੇ ਜਦੋਂ ਦਰੀ ਅੱਗੇ ਲੰਘ ਗਈ, ਧੂੜ ਦੇ ਕਣ ਪਿੱਛੇ ਰਹਿ ਗਏ, ਤਾਂ ਉਹ ਦਰੀ ਤੋਂ ਅਲੱਗ ਹੋ ਗਏ। ਦਰੀ ਤੋਂ ਜਦੋਂ ਅਲੱਗ ਹੋ ਗਏ ਤਾਂ ਉਹ ਵੱਖ ਹੋ ਜਾਂਦੇ ਹਨ ਅਤੇ ਦਰੀ ਹੈ ਜਿਹੜੀ ਸਾਡੀ ਸਾਫ਼ ਹੋ ਜਾਂਦੀ ਹੈ। ਸੋ ਇਹ ਜੋ ਜੜਤਾ ਹੈ, ਜਿਹੜਾ ਗਤੀ ਦਾ ਪਹਿਲਾ ਨਿਯਮ ਹੈ, ਉਸ ਨੂੰ ਅਸੀਂ ਜੜਤਾ ਦਾ ਨਿਯਮ ਵੀ ਕਹਿੰਦੇ ਹਾਂ। ਜੜਤਾ ਨੂੰ ਅਸੀਂ ਜਿਵੇਂ ਦੱਸ ਚੁੱਕੇ ਹਾਂ ਕਿ ਅੰਗਰੇਜ਼ੀ ਦੇ ਵਿੱਚ ਇਨਰਸ਼ੀਆ ਕਿਹਾ ਜਾਂਦਾ ਹੈ। ਇਹ ਵਸਤੂਆਂ ਦਾ ਉਹ ਗੁਣ ਹੈ ਕਿ ਅਗਰ ਕੋਈ ਵਸਤੂ ਵਿਰਾਮ ਦੀ ਅਵਸਥਾ ਵਿੱਚ ਹੈ ਤਾਂ ਉਹ ਵਿਰਾਮ ਦੀ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਅਗਰ ਕੋਈ ਵਸਤੂ ਗਤੀ ਦੀ ਅਵਸਥਾ ਵਿੱਚ ਹੈ ਤਾਂ ਉਹ ਗਤੀ ਦੀ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਇਹੀ ਗਤੀ ਦਾ ਪਹਿਲਾ ਨਿਯਮ ਹੈ ਕਿ ਕੋਈ ਵੀ ਵਸਤੂ ਆਪਣੀ ਸਥਿਤੀ ਨੂੰ ਬਦਲਣਾ ਨਹੀਂ ਚਾਹੁੰਦੀ ਜਦੋਂ ਤੱਕ ਕੋਈ ਬਾਹਰੀ ਬਲ ਉਸ ਅਵਸਥਾ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੇ। ਪਿਆਰੇ ਵਿਦਿਆਰਥੀਓ, ਅਸੀਂ ਗਤੀ ਅਤੇ ਬਲਾਂ ਦੇ ਨਿਯਮਾਂ ਬਾਰੇ ਪੜ੍ਹ ਰਹੇ ਹਾਂ। ਬਲ ਬਹੁਤ ਪ੍ਰਕਾਰ ਦੇ ਹੁੰਦੇ ਹਨ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਹੋਰ ਬਲ ਦੇ ਬਾਰੇ ਸਮਝਾ ਰਿਹਾ ਹਾਂ ਕਿ ਅਸੀਂ ਕਹਿੰਦੇ ਹਾਂ ਕਿ ਜਿਹੜੀ ਬਾਲ ਹੈ ਉਹ ਗਤੀ ਵਿੱਚ ਹੈ, ਬਾਲ ਰੁੜਦੀ ਜਾ ਰਹੀ ਹੈ ਕਿਸੇ ਫਰਸ਼ ਦੇ ਉੱਤੇ, ਤਾਂ ਬਾਲ ਫਿਰ ਕੁਝ ਦੂਰੀ ਪਰ ਜਾ ਕੇ, ਮੰਨ ਲਓ 15-20 ਮੀਟਰ ਦੀ ਦੂਰੀ ਪਰ ਜਾ ਕੇ ਰੁਕ ਕਿਉਂ ਜਾਂਦੀ ਹੈ? ਸਾਡੇ ਦਿਮਾਗ ਦੇ ਵਿੱਚ ਇਹ ਪ੍ਰਸ਼ਨ ਵੀ ਆਉਣਾ ਚਾਹੀਦਾ ਕਿ ਅਗਰ ਕੋਈ ਵਸਤੂ ਆਪਣੇ ਆਪ ਆਪਣੀ ਅਵਸਥਾ ਨੂੰ ਬਦਲਣਾ ਨਹੀਂ ਚਾਹੁੰਦੀ ਤਾਂ ਸਾਡੀ ਜਿਹੜੀ ਇੱਕ ਬਾਲ ਹੈ ਰੁੜਦੀ ਜਾ ਰਹੀ, ਉਹ ਰੁਕ ਕਿਉਂ ਜਾਂਦੀ ਹੈ? ਪਿਆਰੇ ਵਿਦਿਆਰਥੀਓ, ਉੱਥੇ ਕੰਮ ਕਰਦਾ ਹੈ ਇੱਕ ਹੋਰ ਬਲ ਜਿਸ ਨੂੰ ਅਸੀਂ ਕਹਿੰਦੇ ਹਾਂ ਰਗੜ ਬਲ। ਧਰਤੀ ਦੇ ਵਿੱਚ ਅਤੇ ਬਾਲ ਦੇ ਵਿਚਕਾਰ ਇੱਕ ਰਗੜ ਬਲ ਹੈ ਜਿਹੜਾ ਕਿ ਉਸ ਬਾਲ ਨੂੰ, ਰਿੜਦੀ ਜਾਂਦੀ ਹੋਈ ਬਾਲ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਉੱਪਰ ਹਵਾ ਦਾ ਵੀ ਰਗੜ ਬਲ ਹੈ, ਹਵਾ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਸੋ ਅਗਰ ਬਾਲ ਨੂੰ ਬਹੁਤ ਚਿਕਨੀ ਬਣਾ ਦਿੱਤਾ ਜਾਵੇ, ਧਰਤੀ ਨੂੰ ਵੀ ਬਹੁਤ ਪਾਲਿਸ਼ ਕੀਤਾ ਹੋਇਆ ਚਿਕਨਾ ਬਣਾ ਦਿੱਤਾ ਜਾਵੇ, ਫਿਰ ਉਹ ਬਹੁਤ ਜ਼ਿਆਦਾ ਲੰਬੀ ਦੂਰੀ ਤੱਕ ਜਾ ਸਕਦੀ ਆ, ਪਰ ਕਦੇ ਵੀ ਰਗੜ ਬਲ ਨੂੰ ਪੂਰੀ ਤਰ੍ਹਾਂ ਘਟਾਇਆ ਨਹੀਂ ਜਾ ਸਕਦਾ। ਇਹ ਅਸੀਂ ਆਪਣੀਆਂ ਵੱਖੋ ਵੱਖਰੀਆਂ ਜਮਾਤਾਂ ਦੇ ਵਿੱਚ ਅਸੀਂ ਪੜ੍ਹਿਆ। ਤੇ ਪਿਆਰੇ ਵਿਦਿਆਰਥੀਓ, ਇੱਕ ਬਹੁਤ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਵਸਤੂ ਦੀ ਜੜਤਾ ਹੈ ਉਹ ਵਸਤੂ ਦੇ ਪੁੰਜ ਉੱਤੇ ਨਿਰਭਰ ਕਰਦੀ ਆ। ਮੰਨ ਲਓ ਇੱਕੋ ਜਿਹੇ ਆਕਾਰ ਦੀਆਂ ਸਾਡੇ ਕੋਲ ਦੋ ਬਾਲਾਂ ਹੋਣ, ਇੱਕ ਬਾਲ ਹੋਵੇ ਆਪਣਾ ਜਿਸ ਤਰ੍ਹਾਂ ਚਮੜੇ ਦੀ ਬਾਲ ਹੁੰਦੀ ਆ ਉਹ ਹੋਵੇ, ਅਤੇ ਇੱਕ ਲੋਹੇ ਦੀ ਬਣੀ ਹੋਵੇ, ਲੋਹੇ ਦਾ ਭਰਿਆ ਹੋਇਆ ਸਫੀਅਰ ਹੋਵੇ, ਗੋਲਾ ਹੋਵੇ ਪੂਰਾ, ਉਸ ਨੂੰ ਰੋਕਣਾ ਮੁਸ਼ਕਲ ਹੋਏਗਾ ਕਿਉਂਕਿ ਲੋਹੇ ਦੇ ਬਾਲ ਦਾ ਪੁੰਜ ਜ਼ਿਆਦਾ ਹੋਵੇਗਾ ਅਤੇ ਜੋ ਚਮੜੇ ਦੀ ਜਾਂ ਰਬੜ ਦੀ ਬਾਲ ਹੈ ਉਸ ਦਾ ਪੁੰਜ ਘੱਟ ਹੋਏਗਾ। ਇਸ ਕਰਕੇ ਜੋ ਜੜਤਾ ਹੈ ਉਹ ਵਸਤੂ ਦੇ ਪੁੰਜ ਦੇ ਉੱਤੇ ਵੀ ਨਿਰਭਰ ਕਰਦੀ ਹੈ। ਜਿਸ ਤਰ੍ਹਾਂ ਕਿ ਅਸੀਂ ਕੋਈ ਟੇਬਲ ਆ, ਮੰਨ ਲਓ ਅਸੀਂ ਲੱਕੜ ਦੇ ਟੇਬਲ ਨੂੰ ਆਸਾਨੀ ਨਾਲ ਹਿਲਾ ਲੈਂਦੇ ਹਾਂ, ਲੇਕਿਨ ਜੇ ਇਹੀ ਟੇਬਲ ਲੋਹੇ ਦਾ ਬਣਿਆ ਹੋਵੇ ਤਾਂ ਇਸ ਨੂੰ ਹਿਲਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋਏਗਾ। ਇਸ ਸੰਬੰਧੀ ਅਸੀਂ ਇੱਕ ਹੋਰ ਕਿਰਿਆ ਕਰਦੇ ਹਾਂ ਜਿਹੜੀ ਕਿ ਤੁਹਾਡੀ ਪਾਠ ਪੁਸਤਕ ਦੇ ਵਿੱਚ ਵੀ ਸ਼ਾਮਲ ਹੈ। ਪਿਆਰੇ ਵਿਦਿਆਰਥੀਓ, ਅਸੀਂ ਇੱਕ ਗਲਾਸ ਲਿਆ ਜਾਂ ਅਸੀਂ ਲੈਬ ਦੇ ਵਿੱਚ ਅਸੀਂ ਬੀਕਰ ਲੈ ਸਕਦੇ ਹਾਂ, ਉਸ ਦੇ ਉੱਤੇ ਅਸੀਂ ਇੱਕ ਹਲਕਾ ਆਪਣਾ ਗੱਤੇ ਦਾ ਟੁਕੜਾ ਰੱਖਣਾ ਹੈ। ਗੱਤੇ ਦੇ ਟੁਕੜੇ ਦੇ ਉੱਤੇ ਅਸੀਂ ਇੱਕ ਹਲਕਾ ਸਿੱਕਾ ਰੱਖ ਦੇਣਾ। 1 ਰੁਪਏ ਦਾ ਸਿੱਕਾ ਰੱਖ ਰਿਹਾ ਹਾਂ ਮੈਂ। ਤੇ ਪਿਆਰੇ ਵਿਦਿਆਰਥੀਓ, ਤੁਸੀਂ ਸ਼ਾਇਦ ਸਮਝ ਵੀ ਗਏ ਹੋਵੋਗੇ ਕਿਉਂਕਿ ਤੁਸੀਂ ਕਦੇ ਨਾ ਕਦੇ ਆਪਣੇ ਬਚਪਨ ਦੇ ਵਿੱਚ ਇਹ ਗੇਮ ਆਪਣੇ ਤੌਰ ਤੇ ਕਰੀ ਹੋਵੇਗੀ। ਹੁਣ ਮੈਂ ਕੀ ਕਰਦਾ ਹਾਂ ਕਿ ਮੈਂ ਆਪਣੀ ਉਂਗਲ ਦੇ ਨਾਲ ਇਸ ਜੋ ਆਪਣਾ ਗੱਤਾ ਹੈ ਇਸ ਨੂੰ ਥੋੜਾ ਜਿਹਾ ਝਟਕਾ ਦਿੰਦਾ ਹਾਂ। ਦੇਖੋ ਪਿਆਰੇ ਵਿਦਿਆਰਥੀਓ, ਕੀ ਹੋਇਆ, ਮੈਂ ਜਦੋਂ ਉਂਗਲ ਦੇ ਨਾਲ ਝਟਕਾ ਮਾਰਿਆ ਤਾਂ ਗੱਤਾ ਤਾਂ ਗਤੀ ਵਿੱਚ ਆ ਕੇ ਅੱਗੇ ਲੰਘ ਗਿਆ, ਲੇਕਿਨ ਕੀ ਹੋਇਆ, ਜੋ ਸਿੱਕਾ ਹੈ, ਸਿੱਕਾ ਆਪਣੀ ਜੜਤਾ ਦੇ ਕਾਰਨ ਵਿਰਾਮ ਅਵਸਥਾ ਵਿੱਚ ਹੀ ਰਹਿਣਾ ਚਾਹੁੰਦਾ ਸੀ ਤੇ ਇਹ ਇਸ ਕਰਕੇ ਆਪਣੀ ਜਗ੍ਹਾ ਤੋਂ ਹਿੱਲਿਆ ਨਹੀਂ, ਲੇਕਿਨ ਗੱਤੇ ਦੇ ਨਾਲ ਨਹੀਂ ਗਿਆ, ਬਲਕਿ ਇਹ ਆਪਣਾ ਗਲਾਸ ਦੇ ਵਿੱਚ ਡਿੱਗ ਪਿਆ। ਇਹ ਜਿਹੜੀ ਕਿਰਿਆ ਹੈ ਸਾਡੀ, ਇਹ ਜੜਤਾ ਦੇ ਨਿਯਮ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਂਦੀ ਹੈ। ਤੇ ਅਸੀਂ ਹੁਣੇ ਗੱਲ ਕਰ ਰਹੇ ਸੀਗੇ ਵਸਤੂਆਂ ਦੇ ਉੱਤੇ ਲੱਗ ਰਹੇ ਬਲ ਦੇ ਬਾਰੇ। ਪਿਆਰੇ ਵਿਦਿਆਰਥੀਓ, ਹੁਣੇ ਅਸੀਂ ਦੇਖਿਆ ਕਿ ਜੋ ਬਲ ਹੈ ਉਹ ਵਸਤੂ ਦੀ ਗਤੀ ਦੀ ਜਾਂ ਵਿਰਾਮ ਦੀ ਅਵਸਥਾ ਨੂੰ ਬਦਲ ਦਿੰਦਾ। ਤੇ ਹੁਣ ਜਿਹੜਾ ਇਹ ਬਲ ਹੈ ਇਹ ਕਿੰਨਾ ਬਲ ਲੱਗਦਾ, ਕੀ ਅਸੀਂ ਇਸ ਬਲ ਨੂੰ ਮਾਪ ਸਕਦੇ ਹਾਂ? ਕੀ ਅਸੀਂ ਕੋਈ
ਜੋ ਸੰਬੰਧ ਹੈ ਵਸਤੂ ਦੇ ਵਿੱਚ ਅਤੇ ਵਸਤੂ ਦੇ ਵੇਗ ਵਿੱਚ ਜਾਂ ਵਸਤੂ ਦੇ ਪੁੰਜ ਦੇ ਵਿੱਚ ਜਾਂ ਬਲ ਕਿੰਨਾ ਲੱਗ ਰਿਹਾ ਉਸ ਦੇ ਵਿੱਚ ਅਸੀਂ ਕੋਈ ਸੰਬੰਧ ਸਥਾਪਿਤ ਕਰ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਬਲ ਹੈ ਉਹ ਵਸਤੂ ਦੇ ਵੇਗ ਵਿੱਚ ਤਬਦੀਲੀ ਲਿਆਉਂਦਾ ਹੈ, ਵਸਤੂ ਦੇ ਵੇਗ ਨੂੰ ਬਦਲ ਦਿੰਦਾ ਹੈ। ਚਾਹੇ ਤਾਂ ਉਸਦੇ ਵੇਗ ਨੂੰ ਘਟਾ ਦੇਵੇ, ਚਾਹੇ ਉਸਦੇ ਵੇਗ ਨੂੰ ਵਧਾ ਦੇਵੇ, ਤੇ ਵਸਤੂ ਦੇ ਵਿੱਚ ਪ੍ਰਵੇਗ ਪੈਦਾ ਹੁੰਦਾ ਹੈ। ਪ੍ਰਵੇਗ ਕੀ ਹੁੰਦਾ ਹੈ? ਵਸਤੂ ਦੇ ਵੇਗ ਦੇ ਬਦਲਣ ਦੀ ਦਰ ਨੂੰ ਪ੍ਰਵੇਗ ਕਹਿੰਦੇ ਹਾਂ ਅਸੀਂ। ਤੇ ਜਿਵੇਂ ਕਿ ਹੁਣ ਮੈਂ ਤੁਹਾਡੇ ਕੋਲੋਂ ਇੱਕ ਪ੍ਰਸ਼ਨ ਪੁੱਛਦਾ ਹਾਂ ਕਿ ਜਿਹੜੀ ਵਸਤੂ ਵਿਰਾਮ ਦੇ ਵਿੱਚ ਹੈ ਉਸ ਦਾ ਵੇਗ ਕਿੰਨਾ ਹੈ? ਪਿਆਰੇ ਵਿਦਿਆਰਥੀਓ, ਬਹੁਤ ਆਸਾਨ ਹੈ ਕਿਉਂਕਿ ਤੁਸੀਂ ਵਿਗਿਆਨ ਦੇ ਵਿਦਿਆਰਥੀ ਹੋ। ਜੋ ਵਸਤੂ ਵਿਰਾਮ ਦੀ ਅਵਸਥਾ ਵਿੱਚ ਹੈ ਉਸ ਦਾ ਵੇਗ ਹੈ 0 ਜਾਂ 0 ਹੈ। ਉਸ ਦਾ ਵੇਗ ਕੀ ਹੈ? 0 ਹੈ। ਜਦੋਂ ਅਸੀਂ ਇਸ ਤੇ ਕੋਈ ਬਲ ਲਗਾਉਂਦੇ ਹਾਂ ਤਾਂ ਇਹ ਚੱਲਣਾ ਸ਼ੁਰੂ ਕਰ ਦਿੰਦੀ ਹੈ, ਇਸ ਦਾ ਕੁਝ ਨਾ ਕੁਝ ਵੇਗ ਹੋ ਜਾਂਦਾ ਹੈ। ਜੋ ਪਹਿਲਾ ਵੇਗ ਹੁੰਦਾ ਹੈ ਉਸ ਨੂੰ ਅਸੀਂ u ਨਾਲ ਦਰਸਾਉਂਦੇ ਹਾਂ, ਉਸ ਨੂੰ ਅਸੀਂ u ਨਾਲ ਦਰਸਾਉਂਦੇ ਹਾਂ। ਜੋ ਅੰਤਿਮ ਵੇਗ ਹੁੰਦਾ ਹੈ ਉਸ ਨੂੰ ਅਸੀਂ v ਦੇ ਨਾਲ ਦਰਸਾਉਂਦੇ ਹਾਂ। ਅਤੇ ਪਿਆਰੇ ਵਿਦਿਆਰਥੀਓ, ਵੇਗ, ਪ੍ਰਵੇਗ, ਇਹਨਾਂ ਦੋਨੋਂ ਤੋਂ ਬਾਅਦ ਇੱਕ ਰਾਸ਼ੀ ਆਉਂਦੀ ਹੈ ਸੰਵੇਗ। ਸੰਵੇਗ ਕੀ ਹੁੰਦਾ ਹੈ? ਸੰਵੇਗ ਹੁੰਦਾ ਹੈ ਵਸਤੂ ਦੇ ਪੁੰਜ ਅਤੇ ਉਸ ਦੇ ਵੇਗ ਦਾ ਗੁਣਨਫਲ। ਉਸ ਦਾ ਪੁੰਜ m ਅਤੇ ਉਸ ਦਾ ਵੇਗ u ਜਾਂ mu ਜਾਂ mv। ਪਿਆਰੇ ਵਿਦਿਆਰਥੀਓ, ਜਦੋਂ ਕਿਸੇ ਵਸਤੂ ਦੇ ਉੱਤੇ ਬਲ ਲਗਾਇਆ ਜਾਂਦਾ ਹੈ ਤਾਂ ਉਸ ਦੇ ਸੰਵੇਗ ਵਿੱਚ ਪਰਿਵਰਤਨ ਆਉਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਵਸਤੂ ਤਾਂ ਉਹੀ ਹੈ, ਵਸਤੂ ਦੇ m ਦੇ ਵਿੱਚ ਜਾਣੀ ਕਿ ਪੁੰਜ ਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਪਰ ਉਸ ਦਾ ਜੋ ਵੇਗ ਹੈ ਉਹ v ਤੋਂ u ਹੋ ਜਾਂਦਾ ਹੈ, u ਤੋਂ v ਹੋ ਜਾਂਦਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਦੇ ਵੇਗ ਵਿੱਚ ਕਿੰਨਾ ਪਰਿਵਰਤਨ ਆਇਆ? v - u ਗੁਣਾ ਉਸ ਦਾ ਪੁੰਜ ਹੈ। ਤੇ ਪਿਆਰੇ ਵਿਦਿਆਰਥੀਓ, ਜਦੋਂ ਉਸ ਦਾ ਵੇਗ u ਤੋਂ v ਹੁੰਦਾ ਹੈ ਤਾਂ ਕੁਝ ਸਮਾਂ ਵੀ ਲੱਗਦਾ ਹੈ, ਕਿਉਂਕਿ ਸਮੇਂ ਦੇ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ। ਕੋਈ ਵੀ ਕਾਰਜ ਕਰਨਾ ਹੈ ਉਸ ਦੇ ਵਾਸਤੇ ਸਮਾਂ ਲੱਗਦਾ ਹੈ। ਸੋ ਸਮਾਂ ਲੱਗਦਾ ਹੈ t। ਇਹ ਜੋ ਅਸੀਂ ਬਣਾਇਆ ਹੈ ਸੰਵੇਗ ਵਿੱਚ ਪਰਿਵਰਤਨ ਦੀ ਦਰ। ਸੰਵੇਗ ਵਿੱਚ ਪਰਿਵਰਤਨ ਦੀ ਦਰ ਹੈ mv - mu ਬਟਾ t। ਇਹ ਹੈ ਸੰਵੇਗ ਵਿੱਚ ਪਰਿਵਰਤਨ ਦੀ ਦਰ। ਤੇ ਜੋ ਗਤੀ ਦਾ ਦੂਸਰਾ ਨਿਯਮ ਹੈ ਉਹ ਸਾਨੂੰ ਇਹੀ ਸਿੱਧ ਕਰਦਾ ਹੈ ਕਿ ਜੋ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਹੈ ਉਹ ਵਸਤੂ ਦੇ ਉੱਤੇ ਲਗਾਏ ਗਏ ਬਲ ਦੇ ਸਿੱਧਾ ਅਨੁਪਾਤੀ ਹੁੰਦੀ ਹੈ ਕਿ ਕਿੰਨਾ ਬਲ ਲੱਗ ਰਿਹਾ ਹੈ। ਇਸ ਨਾਲ ਅਸੀਂ ਇਸ ਨੂੰ ਮਿਣ ਸਕਦੇ ਹਾਂ, ਮਾਪ ਸਕਦੇ ਹਾਂ। ਪਿਆਰੇ ਵਿਦਿਆਰਥੀਓ, ਜੋ ਇਹ ਕੁਝ ਗੱਲਾਂ ਹਨ ਅਸੀਂ ਗਤੀ ਦੇ ਦੂਸਰੇ ਨਿਯਮ ਨਾਲ ਸੰਬੰਧਿਤ ਤੁਹਾਨੂੰ ਦੱਸਦੇ ਹਾਂ ਅਤੇ ਇਸ ਸੰਕਲਪ ਨੂੰ ਹੋਰ ਵੀ ਜ਼ਿਆਦਾ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਤੁਸੀਂ ਆਪਣੇ ਸਕੂਲ ਦੇ ਵਿੱਚ ਵੱਖੋ ਵੱਖਰੀਆਂ ਗੇਮਸ ਹੁੰਦੀਆਂ ਤਾਂ ਦੇਖੀਆਂ ਹੋਣਗੀਆਂ, ਜਿਸ ਤਰ੍ਹਾਂ ਕਿ ਖਾਸ ਤੌਰ ਤੇ ਕ੍ਰਿਕਟ ਦੀ ਗੇਮ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕ੍ਰਿਕਟ ਦੀ ਗੇਮ ਦੇ ਵਿੱਚ ਜਦੋਂ ਕਿਸੇ ਖਿਡਾਰੀ ਨੇ ਬਾਲ ਦਾ ਕੈਚ ਲੈਣਾ ਹੁੰਦਾ ਹੈ ਤਾਂ ਉਹ ਬਾਲ ਨੂੰ ਪਕੜਨ ਤੋਂ ਬਾਅਦ ਆਪਣੇ ਹੱਥਾਂ ਨੂੰ ਕੁਝ ਪਿੱਛੇ ਵੱਲ ਨੂੰ ਖਿੱਚ ਲੈਂਦਾ ਹੈ ਜਾਂ ਹੇਠਾਂ ਵੱਲ ਨੂੰ ਖਿੱਚ ਲੈਂਦਾ ਹੈ। ਅਜਿਹਾ ਕਿਉਂ ਕਰਦਾ ਹੈ? ਤੁਹਾਡਾ ਸਧਾਰਨ ਜਿਹਾ ਜਵਾਬ ਹੋਏਗਾ ਕਿ ਉਹ ਅਜਿਹਾ ਇਸ ਲਈ ਕਰਦਾ ਹੈ ਤਾਂ ਕਿ ਉਸਦੇ ਹੱਥਾਂ ਦੇ ਉੱਤੇ ਸੱਟ ਨਾ ਵੱਜੇ, ਪਰ ਇਸ ਦੇ ਪਿੱਛੇ ਵਿਗਿਆਨ ਕੰਮ ਕਰਦਾ ਹੈ। ਪਿਆਰੇ ਵਿਦਿਆਰਥੀਓ, ਜਦੋਂ ਕ੍ਰਿਕਟ ਦਾ ਖਿਡਾਰੀ ਬਾਲ ਦਾ ਕੈਚ ਲੈਂਦਾ ਹੈ ਤਾਂ ਉਹ ਬਾਲ ਦੇ ਕੈਚ ਲੈਣ ਦੇ ਸਮੇਂ ਨੂੰ ਵਧਾ ਦਿੰਦਾ ਹੈ। ਜਿਹੜਾ ਕੈਚ ਉਸਨੇ 1 ਸੈਕਿੰਡ ਵਿੱਚ ਲੈਣਾ ਸੀ ਉਹ ਉਸਨੂੰ 4-5 ਸੈਕਿੰਡ ਵਿੱਚ ਤੱਕ ਵਧਾ ਦਿੰਦਾ ਹੈ। ਤੁਸੀਂ ਦੇਖਦੇ ਹੋ, ਅਗਰ ਅਸੀਂ ਇਸ ਸੂਤਰ ਦੇ ਵੱਲ ਆਈਏ ਕਿ t ਹੇਠਾਂ ਡਿਨੋਮੀਨੇਟਰ ਦੇ ਵਿੱਚ ਹੈ, t ਮਤਲਬ ਟਾਈਮ। ਜੇਕਰ ਅਸੀਂ ਸਮਾਂ ਵਧਾ ਦਈਏ ਤਾਂ ਕੀ ਹੋਏਗਾ? ਇਸ ਸਾਰੀ ਰਾਸ਼ੀ ਦੀ ਜੋ ਕੀਮਤ ਹੈ ਉਹ ਘਟ ਜਾਏਗੀ। ਸਾਰੀ ਰਾਸ਼ੀ ਦੀ ਕੀਮਤ ਘਟ ਜਾਏਗੀ ਅਤੇ ਜਦੋਂ ਇਹ ਸਾਰੀ ਰਾਸ਼ੀ ਬਲ ਦੇ ਸਿੱਧੀ ਅਨੁਪਾਤੀ ਹੈ, ਇਸ ਕਰਕੇ ਬਲ ਵੀ ਘੱਟ ਲੱਗੇਗਾ ਅਤੇ ਖਿਡਾਰੀ ਦੇ ਹੱਥਾਂ ਨੂੰ ਸੱਟ ਵੀ ਘੱਟ ਲੱਗੇਗੀ। ਤੋਂ ਅਸੀਂ ਦੇਖ ਰਹੇ ਹਾਂ ਕਿ ਸਮਾਂ ਵਧਾ ਦਿੱਤਾ ਗਿਆ ਹੈ। ਇਸੇ ਚੀਜ਼ ਨੂੰ ਅਸੀਂ ਇੱਕ ਹੋਰ ਜੋ ਸਾਡੇ ਸਕੂਲਾਂ ਦੇ ਵਿੱਚ ਜਾਂ ਹੋਰ ਗੇਮਸ ਹੁੰਦੀਆਂ ਉਸ ਸਮੇਂ ਜੰਪਸ ਲੱਗਦੇ ਆ, ਆਪਣੀਆਂ ਛਾਲਾਂ ਲਗਾਈਆਂ ਜਾਂਦੀਆਂ। ਉਹ ਛਾਲਾਂ ਦੇ ਸਮੇਂ ਕੀ ਹੁੰਦਾ ਹੈ
ਕਿ ਜਿੱਥੇ ਜਾ ਕੇ ਖਿਡਾਰੀ ਨੇ ਡਿੱਗਣਾ ਹੈ, ਚਾਹੇ ਉੱਚੀ ਛਾਲ ਹੋਵੇ ਚਾਹੇ ਲੰਬੀ ਛਾਲ ਹੋਵੇ, ਜਿੱਥੇ ਜਾ ਕੇ ਖਿਡਾਰੀ ਨੇ ਡਿੱਗਣਾ ਹੈ ਉੱਥੇ ਕੀ ਹੁੰਦਾ ਹੈ, ਵੱਡੇ ਵੱਡੇ ਗੱਦੇ ਵਿਛਾਏ ਜਾਂਦੇ ਆ, ਜਾਂ ਪਿੱਲੋ ਰੱਖੇ ਜਾਂਦੇ ਆ, ਜਾਂ ਰੇਤ ਵਿਛਾਈ ਜਾਂਦੀ ਆ, ਜਾਂ ਫਿਰ ਜਿਹੜੀ ਮਿੱਟੀ ਹੁੰਦੀ ਆ ਉਹਨੂੰ ਬਹੁਤ ਜ਼ਿਆਦਾ ਪੋਲੀ ਅਤੇ ਨਰਮ ਬਣਾਇਆ ਜਾਂਦਾ ਹੈ। ਅਜਿਹਾ ਕਿਸ ਲਈ ਕੀਤਾ ਜਾਂਦਾ ਹੈ? ਇਹ ਤਾਂ ਅਸੀਂ ਆਮ ਸਾਰੇ ਜਾਣਦੇ ਹਾਂ ਕਿ ਅਗਰ ਅਸੀਂ ਕਿਸੇ ਸਖਤ ਫਰਸ਼ ਦੇ ਉੱਤੇ ਡਿੱਗਾਂਗੇ, ਮਾਰਬਲ ਦਾ ਫਰਸ਼ ਹੈ ਜਾਂ ਹੋਰ ਪੱਕਾ ਫਰਸ਼ ਹੈ, ਅਗਰ ਅਸੀਂ ਉਸ ਦੇ ਉੱਤੇ ਡਿੱਗਾਂਗੇ ਤਾਂ ਸਾਡੇ ਬਹੁਤ ਜ਼ਿਆਦਾ ਸੱਟ ਲੱਗੇਗੀ। ਲੇਕਿਨ ਅਗਰ ਅਸੀਂ ਕਿਸੇ ਨਰਮ ਸਥਾਨ ਤੇ ਡਿੱਗਦੇ ਹਾਂ ਤਾਂ ਸਾਡੇ ਸੱਟ ਨਹੀਂ ਲੱਗਦੀ। ਅਜਿਹਾ ਕਿਉਂ ਕੀਤਾ ਜਾਂਦਾ ਹੈ? ਉੱਥੇ ਵੀ ਇਹੀ ਸੰਕਲਪ ਦੁਹਰਾਇਆ ਜਾਂਦਾ ਹੈ ਕਿ ਟਾਈਮ ਟੀ ਹੈ ਜੋ ਉਸ ਨੂੰ ਵਧਾਇਆ ਜਾਂਦਾ ਹੈ। ਖਿਡਾਰੀ ਦੇ ਹੇਠਾਂ ਡਿੱਗਣ ਦੇ ਟਾਈਮ ਨੂੰ ਵਧਾ ਦਿੱਤਾ ਜਾਂਦਾ ਹੈ, ਕਿਉਂਕਿ ਜੋ ਗੱਦਾ ਹੈ ਜਾਂ ਪਿੱਲੋ ਹਨ ਜਾਂ ਰੇਤਾ ਹੈ ਜਾਂ ਮਿੱਟੀ ਹੈ ਉਹ ਝੁਕ ਜਾਂਦੀ ਹੈ, ਉਸ ਦੇ ਵਿੱਚ ਫਲੈਕਸੀਬਿਲਿਟੀ ਹੁੰਦੀ ਹੈ ਤੇ ਉਹ ਝੁਕ ਜਾਂਦੀ ਆ ਅਤੇ ਖਿਡਾਰੀ ਦੇ ਜੋ ਡਿੱਗਣ ਦਾ ਸਮਾਂ ਹੈ ਉਹ ਵੱਧ ਜਾਂਦਾ। ਸੋ ਜਦੋਂ ਟੀ ਵੱਧ ਗਿਆ, ਇਸ ਸਾਰੀ ਰਾਸ਼ੀ ਦੀ ਜੋ ਕੀਮਤ ਹੈ ਉਹ ਘਟ ਜਾਏਗੀ। ਤਾਂ ਕੀ ਘਟਿਆ ਸਾਡਾ? ਇਹ ਰਾਸ਼ੀ ਸਾਰੀ ਘਟ ਚੁੱਕੀ ਹੈ ਅਤੇ ਇਹ ਸਿੱਧੀ ਅਨੁਪਾਤੀ ਹੈ ਬਲ ਦੇ। ਬਲ ਦਾ ਮਤਲਬ ਹੈ ਜੋ ਝਟਕਾ ਲੱਗਣਾ ਹੈ, ਜੋ ਧੱਕਾ ਲੱਗਣਾ ਹੈ, ਉਹ ਘਟ ਜਾਵੇਗਾ ਅਤੇ ਖਿਡਾਰੀ ਦੇ ਸੱਟ ਨਹੀਂ ਲੱਗੇਗੀ। ਸੋ ਪਿਆਰੇ ਵਿਦਿਆਰਥੀਓ, ਜੋ ਗਤੀ ਦਾ ਦੂਸਰਾ ਨਿਯਮ ਹੈ ਉਹ ਅਸੀਂ ਇਹੀ ਸਿੱਧ ਕਰ ਚੁੱਕੇ ਹਾਂ ਕਿ ਵਸਤੂ ਦੇ ਉੱਤੇ ਬਲ ਲਗਾਉਣ ਦੇ ਨਾਲ ਉਸ ਦੇ ਵੇਗ ਦੇ ਵਿੱਚ ਪਰਿਵਰਤਨ ਹੁੰਦਾ ਹੈ, ਉਸ ਦੇ ਸੰਵੇਗ ਦੇ ਵਿੱਚ ਪਰਿਵਰਤਨ ਹੁੰਦਾ ਹੈ ਅਤੇ ਸੰਵੇਗ ਵਿੱਚ ਪਰਿਵਰਤਨ ਦੀ ਜੋ ਦਰ ਹੈ ਉਹ ਵਸਤੂ ਉੱਤੇ ਲਗਾਏ ਗਏ ਬਲ ਦੇ ਸਿੱਧੀ ਅਨੁਪਾਤੀ ਹੁੰਦੀ ਹੈ। ਹੁਣ ਪਿਆਰੇ ਵਿਦਿਆਰਥੀਓ, ਇੱਕ ਸਾਡੇ ਹੋਰ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਕੀ ਜਿਹੜਾ ਬਲ ਹੈ ਉਹ ਇੱਕੋ ਪਾਸੇ ਤੋਂ ਲੱਗਦਾ ਹੈ? ਪਰ ਨਹੀਂ। ਜਦੋਂ ਅਸੀਂ ਕਿਸੇ ਵਸਤੂ ਦੇ ਉੱਤੇ ਬਲ ਲਗਾਉਂਦੇ ਹਾਂ ਤਾਂ ਉਹ ਵਸਤੂ ਵੀ ਸਾਡੇ ਉੱਤੇ ਉਸੇ ਤਰ੍ਹਾਂ ਬਲ ਲਗਾਉਂਦੀ ਹੈ। ਜਿਵੇਂ ਕਿ ਅਸੀਂ ਸੜਕ ਦੇ ਉੱਤੇ ਚੱਲਦੇ ਹਾਂ, ਅਸੀਂ ਸੜਕ ਦੇ ਉੱਤੇ ਪੈਦਲ ਚੱਲਦੇ ਹਾਂ, ਅਸੀਂ ਕੀ ਕਰਦੇ ਹਾਂ? ਚੱਲਦੇ ਸਮੇਂ ਅਸੀਂ ਆਪਣੇ ਪੈਰਾਂ ਨਾਲ ਧਰਤੀ ਨੂੰ ਪਿੱਛੇ ਵੱਲ ਧੱਕਦੇ ਹਾਂ ਤੇ ਇਸ ਦੇ ਉਲਟ ਕੀ ਹੁੰਦਾ ਹੈ? ਧਰਤੀ ਸਾਨੂੰ ਅੱਗੇ ਵੱਲ ਧੱਕਦੀ ਆ। ਤੇ ਜੇਕਰ ਅਸੀਂ ਚੱਲਣਾ ਹੈ ਤਾਂ ਸਾਨੂੰ ਆਪਣੇ ਪੈਰਾਂ ਦੇ ਨਾਲ ਧਰਤੀ ਨੂੰ ਪਿੱਛੇ ਵੱਲੋਂ ਧੱਕਣਾ ਪਏਗਾ ਤਾਂ ਅਸੀਂ ਅੱਗੇ ਵੱਲ ਨੂੰ ਵਧਾਂਗੇ। ਇਹ ਜਿਹੜੇ ਦੋਨੇ ਬਲ ਹਨ, ਇਹਨਾਂ ਬਲਾਂ ਨੂੰ ਅਸੀਂ ਕਹਿੰਦੇ ਹਾਂ ਕਿਰਿਆ ਅਤੇ ਪ੍ਰਤੀਕਿਰਿਆ, ਜਾਂ ਕਿਰਿਆ ਬਲ ਅਤੇ ਪ੍ਰਤੀਕਿਰਿਆ ਬਲ। ਕਿਰਿਆ ਬਲ ਅਤੇ ਪ੍ਰਤੀਕਿਰਿਆ ਬਲ ਹਮੇਸ਼ਾ ਆਪਸ ਦੇ ਵਿੱਚ ਇੱਕ ਦੂਜੇ ਦੇ ਬਰਾਬਰ ਹੁੰਦੇ ਆ, ਪਰ ਇਹਨਾਂ ਦੀ ਜਿਹੜੀ ਦਿਸ਼ਾ ਹੈ ਉਹ ਇੱਕ ਦੂਜੇ ਤੋਂ ਹਮੇਸ਼ਾ ਉਲਟ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਫੁੱਟਬਾਲ ਦਾ ਮੈਚ ਹੋ ਰਿਹਾ ਹੈ, ਤਾਂ ਫੁੱਟਬਾਲ ਦੇ ਮੈਚ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਕਿੰਨਾ ਜ਼ਿਆਦਾ ਆਪਣਾ ਜੋਸ਼ੀਲਾ ਗੇਮ ਹੈ। ਉਸ ਦੇ ਵਿੱਚ ਅਚਾਨਕ ਦੋ ਖਿਡਾਰੀ ਆਪਸ ਵਿੱਚ ਟਕਰਾ ਜਾਂਦੇ। ਜਦੋਂ ਦੋਨੇ ਖਿਡਾਰੀ ਆਪਸ ਵਿੱਚ ਟਕਰਾ ਗਏ ਤਾਂ ਕੀ ਹੋਏਗਾ? ਦੋਨਾਂ ਦੇ ਇੱਕੋ ਜਿਹੀ ਸੱਟ ਲੱਗੇਗੀ, ਕਿਉਂਕਿ ਦੋਨੇ ਖਿਡਾਰੀ ਬਹੁਤ ਤੇਜ਼ ਆ ਰਹੇ ਆ। ਇੱਕ ਖਿਡਾਰੀ ਦਾ ਬਲ ਦੂਜੇ ਉੱਤੇ ਲੱਗਦਾ ਹੈ, ਦੂਜੇ ਦਾ ਪਹਿਲੇ ਉੱਤੇ ਲੱਗਦਾ ਹੈ। ਕਿਰਿਆ ਅਤੇ ਪ੍ਰਤੀਕਿਰਿਆ। ਅਗਰ ਪਹਿਲਾ ਖਿਡਾਰੀ ਦੂਜੇ ਉੱਤੇ ਬਲ ਲਗਾਉਂਦਾ ਹੈ ਤਾਂ ਦੂਜਾ ਵੀ ਪਹਿਲੇ ਦੇ ਉੱਤੇ ਬਲ ਲਗਾਉਂਦਾ ਹੈ। ਤਾਂ ਉਹ ਹੈ ਕਿਰਿਆ ਅਤੇ ਪ੍ਰਤੀਕਿਰਿਆ ਆਪਸ ਵਿੱਚ ਬਰਾਬਰ ਹੁੰਦੀਆਂ ਅਤੇ ਇੱਕ ਦੂਜੇ ਤੋਂ ਉਲਟ ਦਿਸ਼ਾ ਵਿੱਚ ਕੰਮ ਕਰਦੇ ਆ। ਇਸ ਨੂੰ ਅਸੀਂ ਹੋਰ ਵੀ ਤਰੀਕੇ ਨਾਲ ਸਮਝ ਸਕਦੇ ਹਾਂ, ਜਿਵੇਂ ਕਿ ਜਿਹੜਾ ਕਿਰਿਆ ਅਤੇ ਪ੍ਰਤੀਕਿਰਿਆ ਬਲ ਆ, ਇਹ ਵਸਤੂਆਂ ਦੇ ਵਿੱਚ ਅਲੱਗ-ਅਲੱਗ ਪ੍ਰਵੇਗ ਪੈਦਾ ਕਰਦੇ ਆ, ਕਿਉਂਕਿ ਵਸਤੂਆਂ ਅਲੱਗ-ਅਲੱਗ ਆ। ਕੋਈ ਵਸਤੂ ਦਾ ਪੁੰਜ ਛੋਟਾ ਹੈ, ਕੋਈ ਵਸਤੂ ਦਾ ਪੁੰਜ ਬਹੁਤ ਜ਼ਿਆਦਾ ਹੈ। ਜਿਸ ਤਰ੍ਹਾਂ ਕਿ ਅਸੀਂ ਉਦਾਹਰਣ ਲੈਂਦੇ ਹਾਂ ਕਿ ਅਸੀਂ ਬੰਦੂਕ ਦੀ ਉਦਾਹਰਣ ਲੈਂਦੇ ਹਾਂ ਦੁਬਾਰਾ। ਅਸੀਂ ਬੰਦੂਕ ਦੇ ਵਿੱਚੋਂ ਗੋਲੀ ਦਾਗਦੇ, ਜਿਹੜੀ ਗੋਲੀ ਹੈ ਉਹ ਬਹੁਤ ਤੇਜ਼ੀ ਨਾਲ ਅੱਗੇ ਵੱਲ ਨੂੰ ਚਲੇ ਜਾਂਦੀ ਹੈ ਅਤੇ ਜਿਹੜੀ ਬੰਦੂਕ ਹੈ ਉਹ ਸਾਡੇ ਝਟਕਾ ਤਾਂ ਜ਼ਰੂਰ ਮਾਰਦੀ ਆ, ਪਰ ਉਹ ਉਨੀ ਜ਼ਿਆਦਾ ਦੂਰ ਨਹੀਂ ਜਾਂਦੀ, ਉਨਾ ਜ਼ਿਆਦਾ ਉਸ ਦੇ ਵਿੱਚ ਪ੍ਰਵੇਗ ਪੈਦਾ ਨਹੀਂ ਹੁੰਦਾ। ਇਸ ਦਾ ਕੀ ਕਾਰਨ ਹੈ? ਕਿਉਂਕਿ ਜੋ ਗੋਲੀ ਦਾ ਪੁੰਜ ਹੈ ਉਹ ਬਹੁਤ ਛੋਟਾ ਹੈ, ਉਸ ਦੀ ਜੋ ਵੇਗ ਹੈ ਉਹ ਬਹੁਤ ਜ਼ਿਆਦਾ ਹੈ। ਪੁੰਜ ਘੱਟ ਹੈ, ਵੇਗ ਜ਼ਿਆਦਾ ਹੈ। ਬੰਦੂਕ ਦੇ ਵਿੱਚ ਉਸ ਦਾ ਪੁੰਜ ਜ਼ਿਆਦਾ ਹੈ, ਉਸ ਦੇ ਵਿੱਚ ਵੇਗ ਘੱਟ ਪੈਦਾ ਹੋਇਆ। ਇਸ ਕਰਕੇ ਜੋ ਬੰਦੂਕ ਹੈ ਉਹ ਸਾਡੇ ਝਟਕਾ ਤਾਂ ਮਾਰਦੀ ਹੈ, ਲੇਕਿਨ ਜ਼ਿਆਦਾ ਦੂਰ ਨਹੀਂ ਜਾਂਦੀ। ਉਂਝ ਜੇ ਦੇਖਿਆ ਜਾਵੇ, ਜੇਕਰ ਦੋਨਾਂ ਦਾ ਪੁੰਜ ਬਰਾਬਰ ਹੋਵੇ ਤਾਂ ਦੋਨਾਂ ਨੂੰ ਬਰਾਬਰ
ਦਿਸ਼ਾਵਾਂ ਦੇ ਉਲਟ ਦਿਸ਼ਾ ਵਿੱਚ ਬਰਾਬਰ ਦੂਰੀ ਤੱਕ ਹੀ ਜਾਣਾ ਚਾਹੀਦਾ। ਇਸੇ ਤਰ੍ਹਾਂ ਅਸੀਂ ਇੱਕ ਹੋਰ ਉਦਾਹਰਣ ਲੈਂਦੇ ਹਾਂ। ਜਦੋਂ ਕੋਈ ਮਲਾਹ ਆਪਣੀ ਕਿਸ਼ਤੀ ਦੇ ਵਿੱਚੋਂ ਉਤਰਦਾ, ਮਲਾਹ ਆਪਣੀ ਕਿਸ਼ਤੀ ਦਰਿਆ ਜਾਂ ਨਦੀ ਦੇ ਕਿਨਾਰੇ ਲਗਾਉਂਦਾ ਹੈ ਅਤੇ ਅੱਗੇ ਵੱਲ ਨੂੰ ਵੱਧਦਾ ਹੈ। ਜਦੋਂ ਉਹ ਕਿਸ਼ਤੀ ਦੇ ਕਿਨਾਰੇ ਤੋਂ ਧਰਤੀ ਵਾਲੇ ਕਿਨਾਰੇ ਵੱਲ ਨੂੰ ਛਾਲ ਲਗਾਉਂਦਾ ਹੈ ਤਾਂ ਕਿਸ਼ਤੀ ਪਿੱਛੇ ਵੱਲ ਨੂੰ ਚਲੀ ਜਾਂਦੀ ਹੈ। ਇਹ ਕੀ ਹੈ? ਕਿਰਿਆ ਅਤੇ ਪ੍ਰਤੀਕਿਰਿਆ। ਪਿਆਰੇ ਵਿਦਿਆਰਥੀਓ, ਇਹ ਜੋ ਅਸੀਂ ਸਾਰੀਆਂ ਗੱਲਾਂ ਕੀਤੀਆਂ, ਇਹਨਾਂ ਨੂੰ ਅਸੀਂ ਨਾਲ ਦੀ ਨਾਲ ਥੋੜੇ ਬਹੁਤੇ ਜੋ ਸ਼ਬਦ ਹਨ ਉਹ ਅੰਗਰੇਜ਼ੀ ਦੇ ਵਿੱਚ ਵੀ ਸਾਨੂੰ ਸਿੱਖਣੇ ਚਾਹੀਦੇ ਹਨ, ਕਿਉਂਕਿ ਜੋ ਹਾਇਰ ਪੜ੍ਹਾਈ ਹੈ, ਜਿਹੜੀ ਜ਼ਿਆਦਾ ਉੱਚ ਵਿੱਦਿਆ ਹੈ, ਉਹ ਸਾਡੀ ਇੰਗਲਿਸ਼ ਦੇ ਵਿੱਚ ਵੀ ਹੁੰਦੀ ਹੈ। ਇਸ ਨੂੰ ਅਸੀਂ ਕਿਰਿਆ ਨੂੰ ਅਸੀਂ ਕਹਿੰਦੇ ਹਾਂ ਐਕਸ਼ਨ ਅਤੇ ਪ੍ਰਤੀਕਿਰਿਆ ਨੂੰ ਕਹਿੰਦੇ ਹਾਂ ਰਿਐਕਸ਼ਨ। ਐਕਸ਼ਨ ਐਂਡ ਰਿਐਕਸ਼ਨ ਆਰ ਆਲਵੇਜ਼ ਇਕੁਅਲ ਐਂਡ ਆਪੋਜ਼ਿਟ। तो ਇਹ ਹੈ ਗਤੀ ਦਾ ਤੀਸਰਾ ਨਿਯਮ। ਗਤੀ ਦੇ ਤੀਸਰੇ ਨਿਯਮ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਅਤੇ ਉਮੀਦ ਹੈ ਕਿ ਤੁਸੀਂ ਇਸ ਨੂੰ ਹੋਰ ਵੀ ਜ਼ਿਆਦਾ ਡੂੰਘਾਈ ਦੇ ਵਿੱਚ ਜਾ ਕੇ ਇਸ ਨੂੰ ਕਰਨ ਦੀ ਕੋਸ਼ਿਸ਼ ਕਰੋਗੇ। ਤੋਂ ਪਿਆਰੇ ਵਿਦਿਆਰਥੀਓ, ਅੱਜ ਅਸੀਂ ਜੋ ਸਿੱਖਿਆ ਉਸ ਦੇ ਵਿੱਚ ਅਸੀਂ ਬਹੁਤ ਮਹੱਤਵਪੂਰਨ ਗੱਲਾਂ ਕੀਤੀਆਂ, ਜਿਵੇਂ ਕਿ ਅਸੀਂ ਬਲ ਦੇ ਬਾਰੇ ਸਮਝਿਆ ਕਿ ਬਲ ਹੈ, ਬਲ ਦੇ ਕਾਰਨ ਹੀ ਜੋ ਵਸਤੂਆਂ ਹਨ ਗਤੀ ਵਿੱਚ ਆਉਂਦੀਆਂ ਹਨ, ਵਿਰਾਮ ਦੇ ਵਿੱਚ ਆਉਂਦੀਆਂ ਹਨ। ਬਲ ਦੇ ਨਾਲ ਹੀ ਉਹਨਾਂ ਦੀ ਦਿਸ਼ਾ ਬਦਲ ਜਾਂਦੀ ਹੈ, ਉਹ ਵਸਤੂਆਂ ਦੀਆਂ ਸ਼ਕਲਾਂ ਬਦਲ ਦਿੰਦੇ ਹਨ। ਅਤੇ ਅਸੀਂ ਜੜਤਾ ਦੇ ਨਿਯਮ ਬਾਰੇ ਪੜ੍ਹਿਆ ਕਿ ਹਰੇਕ ਵਸਤੂ ਆਪਣੀ ਵਿਰਾਮ ਜਾਂ ਗਤੀ ਦੀ ਅਵਸਥਾ ਵਿੱਚ ਹੀ ਰਹਿਣਾ ਚਾਹੁੰਦੀ ਹੈ। ਇਸੇ ਲਈ ਅਸੀਂ ਗਤੀ ਦੇ ਪਹਿਲੇ ਨਿਯਮ ਨੂੰ ਜੜਤਾ ਦਾ ਨਿਯਮ ਵੀ ਕਹਿੰਦੇ ਹਾਂ। ਅਤੇ ਗਤੀ ਦੇ ਦੂਸਰੇ ਨਿਯਮ ਦੇ ਵਿੱਚ ਅਸੀਂ ਦੇਖਿਆ ਕਿ ਵਸਤੂ ਦੇ ਸੰਵੇਗ ਵਿੱਚ ਆਏ ਪਰਿਵਰਤਨ ਦੀ ਦਰ ਨੂੰ ਅਸੀਂ ਉਹ ਬਲ ਦੇ ਬਿਲਕੁਲ ਸਿੱਧਾ ਅਨੁਪਾਤੀ ਹੁੰਦਾ ਹੈ। ਇਸ ਜੋ ਦੂਜਾ ਨਿਯਮ ਹੈ, ਇਸ ਦੇ ਨਾਲ ਸੰਬੰਧਿਤ ਅਸੀਂ ਬਹੁਤ ਸਾਰੇ ਨਿਊਮੈਰੀਕਲਸ ਵੀ ਕਰਨੇ ਹਨ। ਪਿਆਰੇ ਵਿਦਿਆਰਥੀਓ, ਅਸੀਂ ਥਿਊਰੀ ਪੜ੍ਹ ਲੈਂਦੇ ਹਾਂ, ਕਈ ਵਾਰੀ ਅਸੀਂ ਨਿਊਮੈਰੀਕਲਸ ਨੂੰ ਛੱਡ ਦਿੰਦੇ ਹਾਂ, ਜਦ ਕਿ ਸਾਨੂੰ ਨਿਊਮੈਰੀਕਲਸ ਨੂੰ ਛੱਡਣਾ ਨਹੀਂ ਚਾਹੀਦਾ, ਕਿਉਂਕਿ ਨਿਊਮੈਰੀਕਲਸ ਦੀ ਆਪਣੀ ਮਹੱਤਤਾ ਹੈ। ਉਸ ਦੇ ਨਾਲ ਜੋ ਸੰਕਲਪ ਹੈ ਉਹ ਸਾਨੂੰ ਹੋਰ ਵੀ ਜ਼ਿਆਦਾ ਸਪਸ਼ਟ ਹੋ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਨਿਊਟਨ ਦੀ ਗਤੀ ਦੇ ਦੂਸਰੇ ਨਿਯਮ ਤੋਂ ਬਾਅਦ ਅਸੀਂ ਤੀਸਰੇ ਨਿਯਮ ਦੀ ਵਿਆਖਿਆ ਕੀਤੀ ਕਿ ਕਿਰਿਆ ਅਤੇ ਪ੍ਰਤੀਕਿਰਿਆ ਆਪਸ ਵਿੱਚ ਬਰਾਬਰ ਹੁੰਦੀਆਂ ਹਨ ਹਮੇਸ਼ਾ ਅਤੇ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਕੰਮ ਕਰਦੀਆਂ ਹਨ। ਸੋ ਇਹ ਸੀ ਕੁਝ ਗੱਲਾਂ ਜਿਹੜੀਆਂ ਕਿ ਅਸੀਂ 9ਵੀਂ ਜਮਾਤ ਦੇ 9ਵੇਂ ਪਾਠ, ਜਿਸ ਦਾ ਨਾਮ ਹੈ ਬਲ ਅਤੇ ਗਤੀ ਦੇ ਨਿਯਮ, ਉਸ ਨੂੰ ਸਮਝਣ ਦੇ ਵਿੱਚ ਅਸੀਂ ਕੁਝ ਗੱਲਾਂ ਕੀਤੀਆਂ। ਹੋਰ ਵੀ ਬਹੁਤ ਸਾਰੇ ਲੈਕਚਰ ਇਸ ਵਿਸ਼ੇ ਸੰਬੰਧੀ ਹੋ ਸਕਦੇ ਹਨ ਅਤੇ ਤੁਸੀਂ ਆਪਣੇ ਤੌਰ ਤੇ ਵੀ ਇਸ ਵਿਸ਼ੇ ਦੇ ਬਾਰੇ ਆਪਣੀ ਖੋਜ ਜਾਰੀ ਰੱਖਣੀ ਹੈ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਖੋਜ ਨਹੀਂ ਕਰ ਸਕਦੇ। ਪਿਆਰੇ ਵਿਦਿਆਰਥੀਓ, ਵਿਗਿਆਨੀ ਇਸੇ ਤਰ੍ਹਾਂ ਪੈਦਾ ਹੁੰਦੇ ਹਨ। ਕੋਈ ਚੀਜ਼ ਥੋੜੀ ਜਿਹੀ ਪੜ੍ਹੀ ਹੈ, ਉਸ ਨੂੰ ਹੋਰ ਉਸ ਦੇ ਬਾਰੇ ਸੋਚ ਕੇ ਉਸ ਦੇ ਬਾਰੇ ਹੋਰ ਸਟੱਡੀ ਕਰਕੇ ਤੁਸੀਂ ਆਪਣੇ ਵਿਚਾਰ ਵੀ ਪੈਦਾ ਕਰ ਸਕਦੇ ਹੋ। ਕੱਲ ਨੂੰ ਤੁਹਾਡੇ ਵਿੱਚੋਂ ਵੀ ਨਿਊਟਨ, ਗੈਲੀਲੀਓ ਪੈਦਾ ਹੋ ਸਕਦੇ ਹਨ। ਪਿਆਰੇ ਵਿਦਿਆਰਥੀਓ, ਇਸ ਕਰਕੇ ਮੈਂ ਉਮੀਦ ਕਰਦਾ ਕਿ ਮੇਰੀ ਇਸ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਤੁਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਵੀ ਜਾਰੀ ਰੱਖੋਗੇ ਅਤੇ ਜੋ ਆਪਣੇ ਵੱਲੋਂ ਤੁਸੀਂ ਸਟੱਡੀ ਕਰਨੀ ਹੈ ਉਸ ਦੇ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਆਉਣਗੇ ਅਤੇ ਤੁਸੀਂ ਆਪਣੇ ਜੀਵਨ ਦੇ ਵਿੱਚ ਵੀ ਸਫਲ ਹੋਵੋਗੇ, ਆਪਣੀਆਂ ਪ੍ਰੀਖਿਆਵਾਂ ਵੀ ਪਾਸ ਕਰੋਗੇ ਅਤੇ ਚੰਗੇ ਨੰਬਰ ਵੀ ਪ੍ਰਾਪਤ ਕਰੋਗੇ। ਬਹੁਤ ਬਹੁਤ ਧੰਨਵਾਦ।